ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਨਸ਼ੇ ਦੇ ਮੁੱਦੇ ਤੇ ਜਗਮੀਤ ਸਿੰਘ ਨੇ ਘੇਰੀ ਟਰੂਡੋ ਸਰਕਾਰ, ਕਿਹਾ 27,000 ਤੋਂ ਵੱਧ ਦੀਆਂ ਹੋਈਆਂ ਮੌਤਾਂ। ਓਨਟਾਰੀਓ ਚੋਣਾਂ ਵਿੱਚ ਫੋਰਡ ਦੀ ਸਰਕਾਰ, ਸਰਵੇ ਵਿੱਚ ਮਿਲ ਰਹੀ ਜਿੱਤ। ਬ੍ਰਿਟਿਸ਼ ਕੋਲੰਬੀਆ ਵਿੱਚ ਮਿਨੀਮਮ ਵੇਜ ਅੰਦਰ ਵਾਧਾ, ਅੱਜ ਤੋਂ ਮਿਨੀਮਮ ਵੇਜ ਹੋਈ $15.65। ਪੀਐਨਪੀ ਦੇ ਨਤੀਜੇ ਆਏ ਸਾਹਮਣੇ, 1,000 ਤੋਂ ਵੱਧ ਨੂੰ ਮਿਲੇ ਸੱਦੇ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਘੇਰਿਆ ਗਿਆ। ਜਗਮੀਤ ਸਿੰਘ ਨਸ਼ੇ ਦੇ ਮੁੱਦੇ ਤੇ ਬੋਲੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਨਸ਼ੇ ਸੰਬੰਧੀ ਕੁਝ ਢੁਕਵੇਂ ਕਦਮ ਨਹੀਂ ਚੁੱਕੇ ਜਾ ਰਹੇ। ਉਹਨਾਂ ਨੇ ਜ਼ਿਕਰ ਕੀਤਾ ਕਿ ਹੁਣ ਤੱਕ 27,000 ਮੌਤਾਂ ਓਵਰਡੋਜ਼ ਦੇ ਕਾਰਨ ਹੋ ਚੁੱਕੀਆਂ ਨੇ। ਨਸ਼ੇ ਦੇ ਮੁੱਦੇ ਨੂੰ ਲੈ ਕੇ ਜਗਮੀਤ ਸਿੰਘ ਵੱਲੋਂ ਲਿਬਰਲ ਸਰਕਾਰ ਘੇਰੀ ਗਈ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਨਸ਼ੇ ਖਿਲਾਫ ਸਖਤ ਕਦਮ ਨਹੀਂ ਚੁੱਕ ਰਹੀ ਤੇ ਉਹਨਾਂ ਵੱਲੋਂ ਕਦਮ ਚੁੱਕਣ ਤੋਂ ਮਨਾ ਵੀ ਕੀਤਾ ਜਾ ਰਿਹਾ ਹੈ। ਜਗਮੀਤ ਸਿੰਘ ਵੱਲੋਂ ਨਸ਼ੇ ਖਿਲਾਫ ਆਵਾਜ਼ ਚੁੱਕੀ ਗਈ। ਉਹਨਾਂ ਦਾ ਕਹਿਣਾ ਹੈ ਕਿ 2016 ਤੋਂ ਲੈ ਕੇ ਹੁਣ ਤੱਕ ਨਸ਼ੇ ਦੀ ਓਵਰਡੋਜ਼ ਕਾਰਨ 27,000 ਕੈਨੇਡਾ ਵਾਸੀਆਂ ਦੀ ਮੌਤ ਹੋ ਚੁੱਕੀ ਹੈ। ਇਸ ਮੌਕੇ ਉਹਨਾਂ ਨੇ ਬਿੱਲ C-216 ਦੀ ਵੀ ਗੱਲ ਕੀਤੀ। ਜਗਮੀਤ ਸਿੰਘ ਦਾ ਇਸ ਸਾਰੇ ਮਾਮਲੇ ਬਾਰੇ ਕੀ ਕਹਿਣਾ ਹੈ ਤੇ ਉਹਨਾਂ ਨੇ ਲਿਬਰਲ ਸਰਕਾਰ ਤੇ ਕੀ ਨਿਸ਼ਾਨੇ ਸਾਧੇ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। Since 2016, 27,000 Canadians have lost their life because of a toxic supply, because of an overdose. And those are lives that have been taken from us and lives that we could have saved. Today, I want to talk about our bill being put forward or to a vote, Gord's bill, which calls for three really clear things. We want to see a health-based approach instead of a criminal-based approach to people dealing with substance abuse issues. And so the first thing is we want to decriminalize the approach. It should not be that folks that are dealing with these struggles are faced with a criminal approach. Secondly, we want to make sure that we have a national strategy around safe supply. We know that we need a safe supply to respond to this serious crisis that we're up against. And finally, we also want to see expungement to help people who are struggling with the stigma and to erase some of that stigma. Really, what we're calling for is a evidence-based, health-based approach to save lives. And it is unimaginable to me that the Liberal government can see the evidence that the current approach is not working and refuse to support our health-based approach, particularly when the Liberal government has just approved an exemption for BC. What does that say about the rest of Canada? What does that say to the thousands of families who buried their children because they were lost to a toxic supply or to an overdose situation? What does it say to the rest of Canadians that their lives don't matter? It's shameful, frankly, to not take a national approach to a national crisis. The Prime Minister has to show leadership here. We can save lives today. The bill that we're presenting will save lives, will mean a significant difference in this fight against the toxic supply and the overdose crisis and the opioid crisis that is gripping our country. ਓਨਟਾਰੀਓ ਸੂਬੇ ਵਿੱਚ ਕਿਸ ਦੀ ਸਰਕਾਰ ਬਣੇਗੀ ਇਹ ਤਾਂ ਹੁਣ ਚੋਣ ਨਤੀਜੇ ਤੈਅ ਕਰਨਗੇ, ਪਰ ਜਿਹੜੇ ਪਹਿਲਾ ਸਰਵੇ ਸਾਹਮਣੇ ਆਇਆ ਉਸ ਦੇ ਵਿੱਚ ਇੱਕ ਵਾਰ ਫਿਰ ਤੋਂ ਸੂਬੇ ਅੰਦਰ ਫੋਰਡ ਸਰਕਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਜ਼ਿਆਦਾ ਸਪੋਰਟ ਮਿਲ ਰਹੀ ਹੈ। ਇਪਸੋਸ ਵੱਲੋਂ ਗਲੋਬਲ ਨਿਊਜ਼ ਵਾਸਤੇ ਸਰਵੇ ਕਰਵਾਇਆ ਗਿਆ, ਜਿਸ ਦੇ ਵਿੱਚ ਕੁਝ ਖਾਸ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਇੱਕ ਵਾਰ ਫਿਰ ਤੋਂ ਓਨਟਾਰੀਓ ਵਿੱਚ ਸਰਕਾਰ ਬਣਾ ਸਕਦੇ ਨੇ। ਇਸ ਬਾਰੇ ਹੁਣ ਤਾਜ਼ਾ ਪੋਲ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਪੋਲ ਦੇ ਵਿੱਚ ਪਤਾ ਚੱਲਿਆ ਹੈ ਕਿ ਇੱਕ ਵਾਰ ਫਿਰ ਤੋਂ ਡਗ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਇਸ ਸੂਬੇ ਵਿੱਚ ਮੈਜੋਰਿਟੀ ਸਰਕਾਰ ਬਣ ਸਕਦੀ ਹੈ। ਜਾਣਕਾਰੀ ਮੁਤਾਬਕ ਇਪਸੋਸ ਵੱਲੋਂ ਗਲੋਬਲ ਨਿਊਜ਼ ਵਾਸਤੇ ਇੱਕ ਸਰਵੇ ਕਰਵਾਇਆ ਗਿਆ, ਜਿਸ ਵਿੱਚ ਫੋਰਡ ਸਰਕਾਰ ਦੇ ਹੱਕ ਵਿੱਚ 41% ਵੱਲੋਂ ਸਪੋਰਟ ਦਿਖਾਈ ਗਈ ਹੈ, ਜੋ ਕਿ ਪਹਿਲਾਂ ਦੇ ਮੁਕਾਬਲੇ 3 ਪੁਆਇੰਟਸ ਉੱਤੇ ਦਰਜ ਕੀਤੀ ਗਈ। ਇਸ ਸਰਵੇ ਨੂੰ ਦੇਖ ਕੇ ਅੰਦਾਜ਼ਾ ਲੱਗਦਾ ਹੈ ਕਿ ਇੱਕ ਵਾਰ ਫਿਰ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਓਨਟਾਰੀਓ ਸੂਬੇ ਵਿੱਚ ਬਣ ਸਕਦੀ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਚੱਲਿਆ ਕਿ ਐਨਡੀਪੀ ਪਾਰਟੀ ਅਤੇ ਲਿਬਰਲਸ ਵਿੱਚ ਵੀ ਇੱਥੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲੇਗਾ। ਪੋਲ ਵਿੱਚ ਐਨਡੀਪੀ ਪਾਰਟੀ ਨੂੰ 25% ਦੀ ਸਪੋਰਟ ਮਿਲੀ, ਜੋ ਕਿ ਪਹਿਲਾਂ 24% ਦੀ ਮਿਲਦੀ ਹੋਈ ਦਿਖਾਈ ਦੇ ਰਹੀ ਸੀ। ਇਸ ਤੋਂ ਇਲਾਵਾ ਓਨਟਾਰੀਓ ਵਿੱਚ ਗ੍ਰੀਨ ਪਾਰਟੀ ਨੂੰ 6% ਦੀ ਵੋਟ ਮਿਲਦੀ ਹੋਈ ਵੀ ਦਿਖਾਈ ਦੇ ਰਹੀ ਹੈ। ਇਸ ਪੋਲ ਵਿੱਚ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਇੱਥੇ 49% ਦੀ ਵੋਟ ਡੋਮੀਨੇਟ ਕਰ ਰਹੀ ਹੈ। ਐਨਡੀਪੀ ਵਾਸਤੇ ਇਹ ਅੰਕੜਾ 21% ਤੇ ਲਿਬਰਲ ਵਾਸਤੇ 19% ਦਾ ਸਾਹਮਣੇ ਆਇਆ, ਜਦਕਿ ਇਹ ਅੰਕੜਾ ਗ੍ਰੀਨ ਪਾਰਟੀ ਵਾਸਤੇ 7% ਦਾ ਦੱਸਿਆ ਜਾ ਰਿਹਾ ਹੈ।
ਉਮਰ ਵਰਗ ਦੇ ਮੁਤਾਬਕ ਵੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਇੱਥੇ ਲੀਡ ਕਰਦੀ ਹੋਈ ਦਿਖਾਈ ਦੇ ਰਹੀ ਹੈ, ਜਿੱਥੇ 48% ਉਹ ਹਨ ਜਿਹੜੇ 55 ਸਾਲ ਵਾਲੇ ਇਸ ਪਾਰਟੀ ਨੂੰ ਸਪੋਰਟ ਕਰ ਰਹੇ ਨੇ। 34 ਚੋਂ 54% ਵਾਲਿਆਂ 'ਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ 38%, ਐਨਡੀਪੀ ਨੂੰ 26% ਤੇ ਲਿਬਰਲ ਨੂੰ 24%, ਗ੍ਰੀਨ ਪਾਰਟੀ ਨੂੰ 8% ਦੀ ਸਪੋਰਟ ਮਿਲ ਰਹੀ ਹੈ। ਇਸ ਤੋਂ ਇਲਾਵਾ 18 ਤੇ 34 ਸਾਲ ਵਾਲਿਆਂ ਵਿੱਚ ਐਨਡੀਪੀ ਪਾਰਟੀ ਨੂੰ 38%, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ 33% ਤੇ ਲਿਬਰਲ ਨੂੰ 22% ਦੀ ਸਮਰਥਨ ਮਿਲ ਰਹੀ ਹੈ। ਹੁਣ ਓਨਟਾਰੀਓ ਦੀਆਂ ਹੋਣ ਵਾਲੀਆਂ ਚੋਣਾਂ ਇਹ ਤੈਅ ਕਰਨਗੀਆਂ ਕਿ ਇਸ ਵਾਰ ਕਿਸ ਦੀ ਸਰਕਾਰ ਬਣਦੀ ਹੈ, ਪਰ ਕਈ ਤਰ੍ਹਾਂ ਦੇ ਸਰਵੇ ਸਾਹਮਣੇ ਆਏ ਜਿਸ ਵਿੱਚ ਡਗ ਫੋਰਡ ਦੀ ਹੀ ਸਰਕਾਰ ਇੱਕ ਵਾਰ ਫਿਰ ਤੋਂ ਓਨਟਾਰੀਓ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ, ਪਰ ਅਸਲ ਨਤੀਜੇ ਤਾਂ ਹੋਈਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਸਾਹਮਣੇ ਆਉਣਗੇ। ਬ੍ਰਿਟਿਸ਼ ਕੋਲੰਬੀਆ ਵੱਲੋਂ ਅੱਜ ਤੋਂ ਮਿਨੀਮਮ ਵੇਜ ਵਿੱਚ ਵਾਧਾ ਕੀਤਾ ਗਿਆ, ਜਿੱਥੇ ਮਿਨੀਮਮ ਵੇਜ ਅੱਜ ਤੋਂ $15.65 ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਪਹੁੰਚ ਗਈ ਹੈ। ਸੂਬੇ ਵੱਲੋਂ ਇਹ ਜਿਹੜਾ ਕਦਮ ਚੁੱਕਿਆ ਗਿਆ, ਇਸ ਬਾਰੇ ਜੌਬਸ ਮਿਨਿਸਟਰ ਵੀ ਬੋਲਦੇ ਹੋਏ ਦਿਖਾਈ ਦਿੱਤੇ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਅੱਜ ਤੋਂ ਮਿਨੀਮਮ ਵੇਜ ਅੰਦਰ ਵਾਧਾ ਹੋਣ ਜਾ ਰਿਹਾ ਹੈ। ਅੱਜ ਤੋਂ ਇਸ ਸੂਬੇ ਵਿੱਚ ਮਿਨੀਮਮ ਵੇਜ $15.65 ਪ੍ਰਤੀ ਘੰਟੇ ਦੇ ਹਿਸਾਬ ਨਾਲ ਹੋਣ ਜਾ ਰਹੀ ਹੈ। ਜੀ ਹਾਂ, ਪਹਿਲਾਂ ਮਿਨੀਮਮ ਵੇਜ $15.20 ਸੀ, ਜੋ ਕਿ ਵੱਧ ਕੇ ਹੁਣ ਅੱਜ ਤੋਂ $15.65 ਪ੍ਰਤੀ ਘੰਟਾ ਹੋਣ ਜਾ ਰਹੀ ਹੈ। ਇਸ ਵਾਅਦੇ ਨਾਲ ਬ੍ਰਿਟਿਸ਼ ਕੋਲੰਬੀਆ ਸੂਬਾ ਅਜਿਹਾ ਪਹਿਲਾ ਸੂਬਾ ਬਣ ਗਿਆ ਜਿੱਥੇ ਜ਼ਿਆਦਾ ਮਿਨੀਮਮ ਵੇਜ ਹੈ। ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਲੇਬਰ ਮਿਨਿਸਟਰ ਹੈਰੀ ਬੈਂਸ ਵੱਲੋਂ ਵੀ ਬਿਆਨ ਦਿੱਤਾ ਗਿਆ, ਜਿੱਥੇ ਉਹਨਾਂ ਨੇ ਇਸ ਕਦਮ ਬਾਰੇ ਦੱਸਿਆ। ਉਹਨਾਂ ਕਿਹਾ ਕਿ ਇੱਥੇ ਸੂਬੇ ਵਿੱਚ ਜੋ ਮਿਨੀਮਮ ਵੇਜ ਅੰਦਰ ਵਾਧਾ ਕੀਤਾ ਗਿਆ ਹੈ, ਇਸ ਨਾਲ ਲੋਕਾਂ ਨੂੰ ਪਾਵਰਟੀ ਤੋਂ ਬਾਹਰ ਆਉਣ ਵਾਸਤੇ ਮਦਦ ਕੀਤੀ ਜਾਵੇਗੀ ਅਤੇ ਆਮ ਲੋਕਾਂ ਵਾਸਤੇ ਜ਼ਿੰਦਗੀ ਹੋਰ ਵੀ ਅਫੋਰਡੇਬਲ ਬਣਾਉਣ ਸੰਬੰਧੀ ਉਹਨਾਂ ਦੀ ਸਰਕਾਰ ਨੇ ਇੱਕ ਕਦਮ ਚੁੱਕਿਆ। ਇਸ ਤੋਂ ਇਲਾਵਾ ਉਹਨਾਂ ਨੇ ਗੱਲ ਕੀਤੀ ਹੈ ਕਿ ਲਗਾਤਾਰ ਫੇਅਰ ਵੇਜ ਦੇ ਸੰਬੰਧ ਵਿੱਚ ਉਹਨਾਂ ਦੀ ਸਰਕਾਰ ਵੱਲੋਂ ਕਦਮ ਚੁੱਕੇ ਜਾਣਗੇ ਤਾਂ ਕਿ ਲੋ ਇਨਕਮ ਵਰਕਰਸ ਦੀ ਮਦਦ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਜੂਨ 2020 ਦੌਰਾਨ ਮਿਨੀਮਮ ਵੇਜ ਵਿੱਚ ਵਾਧਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮਿਨੀਮਮ ਵੇਜ $15.20 ਹੋ ਗਈ। ਜੂਨ 2019 ਤੋਂ ਲੈ ਕੇ ਜੂਨ 2020 ਦੌਰਾਨ ਮਿਨੀਮਮ ਵੇਜ ਵਿੱਚ 5.4% ਦਾ ਵਾਧਾ ਦਰਜ ਕੀਤਾ ਗਿਆ। 2018 ਤੋਂ ਲੈ ਕੇ ਜੂਨ 2019 ਵਿਚਕਾਰ ਇਹ ਵਾਧਾ 9.5% ਦਾ ਦੱਸਿਆ। ਇਸ ਤੋਂ ਇਲਾਵਾ ਦੱਸ ਦਈਏ ਕਿ ਪ੍ਰੋਵਿੰਸ ਵਿੱਚ 2011 ਤੋਂ ਲੈ ਕੇ 2017 ਦੌਰਾਨ ਮਿਨੀਮਮ ਵੇਜ ਅੰਦਰ 30% ਦਾ ਵਾਧਾ ਦੱਸਿਆ ਗਿਆ। ਜਾਣਕਾਰੀ ਮੁਤਾਬਕ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ 4 ਲੱਖ ਦੇ ਕਰੀਬ ਲੋਕ ਮਿਨੀਮਮ ਵੇਜ ਵਾਸਤੇ ਕੰਮ ਕਰਦੇ ਨੇ। ਇਹਨਾਂ ਵਿੱਚੋਂ 52% ਉਹ ਹਨ ਜਿਨ੍ਹਾਂ ਦੀ ਉਮਰ 25 ਤੋਂ 58 ਸਾਲ ਦੇ ਵਿਚਕਾਰ ਦੱਸੀ ਗਈ ਹੈ। ਮਈ ਮਹੀਨੇ ਪੀਐਨਪੀ ਡਰਾਅ ਵੱਖ-ਵੱਖ ਸੂਬਿਆਂ ਵੱਲੋਂ ਕੱਢੇ ਗਏ। ਇਸ ਦੀ ਆਈਆਰਸੀਸੀ ਵੱਲੋਂ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਕਿਹੜੇ ਸੂਬੇ ਨੇ ਕਿੰਨੇ ਉਮੀਦਵਾਰਾਂ ਨੂੰ ਸੱਦੇ ਦਿੱਤੇ। ਇਹਨਾਂ ਪੀਐਨਪੀ ਡਰਾਅ ਤਹਿਤ 1000 ਤੋਂ ਵੱਧ ਇਨਵੀਟੇਸ਼ਨ ਜਾਰੀ ਕੀਤੇ ਗਏ। ਮਈ ਮਹੀਨੇ ਦੌਰਾਨ ਪੀਐਨਪੀ ਇਮੀਗ੍ਰੇਸ਼ਨ ਰਿਜ਼ਲਟ ਕੀ ਰਿਹਾ, ਇਸ ਬਾਰੇ ਆਈਆਰਸੀਸੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮਹੀਨੇ ਦੌਰਾਨ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਜ਼ਰੀਏ 1000 ਤੋਂ ਵੱਧ ਸੱਦੇ ਜਾਰੀ ਕੀਤੇ ਗਏ। ਮਈ ਮਹੀਨੇ ਵਿੱਚ 1400 ਨੂੰ ਸੱਦੇ ਹਾਸਲ ਹੋਏ ਨੇ। ਅਲੱਗ-ਅਲੱਗ ਸੂਬਿਆਂ ਤੋਂ ਇਸ ਬਾਰੇ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ, ਇਹ ਵੀ ਹੁਣ ਪਤਾ ਚੱਲਿਆ। ਐਲਬਰਟਾ ਵੱਲੋਂ ਮਈ ਮਹੀਨੇ ਦੌਰਾਨ ਇੱਕ ਐਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ 100 ਸੱਦੇ ਜਾਰੀ ਕੀਤੇ। ਇਹ ਡਰਾਅ 19 ਮਈ ਨੂੰ ਐਲਾਨ ਕੀਤਾ ਗਿਆ, ਜਿਸ ਵਿੱਚ ਉਮੀਦਵਾਰਾਂ ਲਈ 382 ਸਕੋਰਸ ਜ਼ਰੂਰੀ ਰਹੇ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਹਫ਼ਤਾਵਾਰੀ ਡਰਾਅ ਕੱਢੇ ਜਾਂਦੇ ਨੇ। ਇੱਥੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਜ਼ਰੀਏ ਕਈਆਂ ਨੂੰ ਇਨਵੀਟੇਸ਼ਨ ਹਾਸਿਲ ਹੋਏ ਨੇ। ਇਹ ਉਹਨਾਂ ਉਮੀਦਵਾਰਾਂ ਨੂੰ ਮਿਲੇ ਜਿਹੜੇ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਸਕਿੱਲਸ ਇਮੀਗ੍ਰੇਸ਼ਨ ਟੈਕ ਅਤੇ ਐਂਟਰਪ੍ਰੈਨਿਓਰ ਰੀਜਨਲ ਪਾਇਲਟ ਸਟ੍ਰੀਮ ਅਧੀਨ ਸਨ। ਮਈ ਮਹੀਨੇ ਦੌਰਾਨ ਸੂਬੇ ਵੱਲੋਂ ਜਿਹੜੇ ਡਰਾਅ ਕੱਢੇ ਗਏ, ਉਸ ਵਿੱਚ 636 ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ। ਮੈਨੀਟੋਬਾ ਸੂਬੇ ਵੱਲੋਂ ਸਕਿਲਡ ਵਰਕਰਸ ਇਨ ਮੈਨੀਟੋਬਾ, ਸਕਿਲਡ ਵਰਕਰ ਓਵਰਸੀਜ਼ ਤੇ ਇੰਟਰਨੈਸ਼ਨਲ ਐਜੂਕੇਸ਼ਨ ਸਟ੍ਰੀਮ ਅਧੀਨ ਸੱਦੇ ਜਾਰੀ ਕੀਤੇ ਗਏ। ਪ੍ਰੋਵਿੰਸ ਵੱਲੋਂ ਜੋ ਪਿਛਲੇ ਮਹੀਨੇ ਇੱਕ ਜਨਰਲ ਡਰਾਅ ਕੱਢਿਆ ਗਿਆ, ਇਸ ਵਿੱਚ ਕੁੱਲ 315 ਐਡਵਾਈਸ ਟੂ ਅਪਲਾਈ ਜਾਰੀ ਕੀਤੇ ਗਏ। ਇਨ੍ਹਾਂ ਵਿੱਚੋਂ 48 ਸੱਦੇ ਉਹਨਾਂ ਉਮੀਦਵਾਰਾਂ ਨੂੰ ਮਿਲੇ ਜਿਨ੍ਹਾਂ ਦੀ ਐਕਸਪ੍ਰੈਸ ਐਂਟਰੀ ਅਧੀਨ ਵੈਲਿਡ ਪ੍ਰੋਫਾਈਲ ਸੀ। ਇਸ ਤੋਂ ਬਾਅਦ ਇਸ ਸੂਬੇ ਵੱਲੋਂ ਸਪੈਸ਼ਲ ਇਮੀਗ੍ਰੇਸ਼ਨ ਮੈਸ਼ਰ ਫॉर ਯੂਕਰੇਨ ਨੈਸ਼ਨਲਸ ਵੀ ਲਿਆਂਦਾ ਗਿਆ ਹੈ, ਜਿਸ ਵਿੱਚ ਕਈਆਂ ਨੂੰ ਮੌਕਾ ਦਿੱਤਾ ਗਿਆ। ਇਸ ਦੇ ਸੰਬੰਧ ਵਿੱਚ ਸੂਬੇ ਵੱਲੋਂ 20 ਮਈ ਨੂੰ ਡਰਾਅ ਕੱਢਿਆ ਗਿਆ, ਜਿਸ ਵਿੱਚ ਉਹਨਾਂ ਨੇ 13 ਇਨਵੀਟੇਸ਼ਨ ਜਾਰੀ ਕੀਤੇ। ਨਿਊ ਬਰਨਸਵਿਕ ਸੂਬੇ ਵੱਲੋਂ 20 ਮਈ 2022 ਨੂੰ ਡਰਾਅ ਕੱਢਿਆ ਗਿਆ, ਜਿੱਥੇ ਨਿਊ ਬਰਨਸਵਿਕ ਪ੍ਰੋਵਿਜ਼ਨਲ ਨੋਮੀਨੇਸ਼ਨ ਪ੍ਰੋਗਰਾਮ ਜ਼ਰੀਏ ਇਨਵੀਟੇਸ਼ਨ ਜਾਰੀ ਕੀਤੇ ਗਏ। ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਪ੍ਰਿੰਸ ਐਡਵਰਡ ਆਈਲੈਂਡ ਪ੍ਰੋਵਿਜ਼ਨਲ ਨੋਮੀਨੇਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। 20 ਮਈ ਨੂੰ ਐਲਾਨ ਕੀਤੇ ਗਏ ਇਸ ਡਰਾਅ ਵਿੱਚ 137 ਉਮੀਦਵਾਰਾਂ ਦੀ ਕਿਸਮਤ ਜਾਗੀ। ਇਹ ਉਮੀਦਵਾਰ ਲੇਬਰ ਇੰਪੈਕਟ ਤੇ ਐਕਸਪ੍ਰੈਸ ਐਂਟਰੀ ਸਟ੍ਰੀਮ ਅਧੀਨ ਸਨ। 16 ਇਨਵੀਟੇਸ਼ਨ ਬਿਜ਼ਨਸ ਇੰਪੈਕਟ ਅਧੀਨ ਜਾਰੀ ਕੀਤੇ ਗਏ।
ਕਿਊਬਿਕ ਸੂਬੇ ਵੱਲੋਂ 5 ਮਈ ਨੂੰ ਡਰਾਅ ਐਲਾਨ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ 30 ਸੱਦੇ ਕਿਊਬਿਕ ਰੈਗੂਲਰ ਸਕਿਲਡ ਵਰਕਰ ਪ੍ਰੋਗਰਾਮ ਰਾਹੀਂ ਜਾਰੀ ਕੀਤੇ। ਸਸਕੈਚੁਆਨ ਸੂਬੇ ਵੱਲੋਂ ਵੀ 5 ਮਈ ਨੂੰ ਡਰਾਅ ਐਲਾਨ ਕੀਤਾ ਗਿਆ। ਸਸਕੈਚੁਆਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਜ਼ਰੀਏ 197 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। 106 ਇਨਵੀਟੇਸ਼ਨ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਮਿਲੇ। 91 ਇਨਵੀਟੇਸ਼ਨ ਆਕੂਪੇਸ਼ਨ ਇਨ ਡਿਮਾਂਡ ਕੈਂਡੀਡੇਟਸ ਨੂੰ ਦਿੱਤੇ ਗਏ। ਐਨਡੀਪੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ontario ਵਾਸੀਆਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ। ਐਨਡੀਪੀ ਪਾਰਟੀ ਦੀ ਲੀਡਰ ਵੱਲੋਂ ontario ਵਾਸੀਆਂ ਨਾਲ ਵਾਅਦਾ ਕੀਤਾ ਗਿਆ ਹੈ। ਉਹਨਾਂ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ। ਕੀ ਕਹਿਣਾ ਹੈ, ਕਿਹੜਾ ਵਾਅਦਾ ਕੀਤਾ ਗਿਆ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ontario ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ontario ਐਨਡੀਪੀ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ontario ਵਿੱਚ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ ਡਰੱਗ ਪ੍ਰੋਜੈਸ਼ਨ ਦੇ ਸੰਬੰਧ ਵਿੱਚ ਕਦਮ ਚੁੱਕੇ ਜਾਣਗੇ। ਇਸ ਤੋਂ ਇਲਾਵਾ ਲਿਬਰਲ ਸਰਕਾਰ ਦੇ ਉੱਪਰ ਵੀ ontario ਨਿਊ ਡੈਮੋਕ੍ਰੈਟਿਕ ਪਾਰਟੀ ਦੀ ਲੀਡਰ ਵੱਲੋਂ ਨਿਸ਼ਾਨਾ ਸਾਧਿਆ ਗਿਆ ਹੈ। ਇਸ ਮੌਕੇ ਤੇ ਐਨਡੀਪੀ ਪਾਰਟੀ ਦੀ ਲੀਡਰ ਵੱਲੋਂ ਕਿਹੜੀਆਂ ਗੱਲਾਂ ਦੀ ਸਾਂਝ ਪਾਈ ਗਈ ਤੇ ਉਹਨਾਂ ਨੇ ontario ਵਾਸੀਆਂ ਲਈ ਕੀ ਐਲਾਨ ਕੀਤਾ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। We're here with a number of nurses as well because they know how important it is to ensure that we're bringing more nurses into Ontario instead of chasing them away, which is what Doug Ford has been doing. We have to stop the cuts to healthcare and we have to hire more nurses, and we have a plan to do exactly that. We have a plan to stop Doug Ford's low-wage policy. We have a plan to hire 30,000 nurses across the province, 1,200 right here in Brampton. And we have a plan to make sure that every single community has access to the healthcare they need. And as Andrea said, we watched as the Liberals froze hospital budgets. They gave us hallway medicine. They fired 1,600 nurses. We cannot trust the party that broke our healthcare system to now fix it. And of course, Doug Ford's cuts are just going to hurt more. Conservatives always cut, and we are going to see more cuts from the Conservatives if we give them the chance. And that's why I'm saying to people, we can do better than that. We can fix our healthcare system with an NDP government. This time, everybody needs to come together. Tomorrow's election day. Everybody needs to come together and get behind the NDP so that we can fix our healthcare system. Can you imagine how much better it will be in Brampton? Not only when we hire all the nurses necessary to provide the quality of care people need. I've talked to people in Brampton for many, many years now, and they avoid the hospital here. They avoid the hospital. If there's an emergency, literally people tell me they'll drive to Mississauga, they'll drive to Toronto, they'll even drive to Georgetown. ਨਿਊ ਬਰੰਜ਼ਵਿਕ ਸੂਬੇ ਵੱਲੋਂ ਘੱਟ ਆਮਦਨ ਦੇ ਪਰਿਵਾਰਾਂ ਵਾਸਤੇ ਵੱਡਾ ਐਲਾਨ ਕੀਤਾ ਗਿਆ। ਉਹਨਾਂ ਵੱਲੋਂ ਇੱਕ ਪੈਕੇਜ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸ ਵਿੱਚ ਦੱਸਿਆ ਗਿਆ ਕਿ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕਿੰਨੇ ਪੈਸੇ ਦਿੱਤੇ ਜਾਣਗੇ ਤੇ ਇੱਕ ਪਰਿਵਾਰ ਨੂੰ ਕਿੰਨੇ ਪੈਸੇ ਮਿਲਣਗੇ। ਨਿਊ ਬਰੰਜ਼ਵਿਕ ਸੂਬੇ ਵੱਲੋਂ ਲੋ ਇਨਕਮ ਰੈਜ਼ੀਡੈਂਟਸ ਵਾਸਤੇ ਕੁਝ ਖਾਸ ਵੱਡੇ ਐਲਾਨ ਕੀਤੇ ਗਏ। ਇਹ ਐਲਾਨ ਉਹਨਾਂ ਵੱਲੋਂ ਕੈਨੇਡਾ ਵਿੱਚ ਵੱਧ ਰਹੀ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਿਆਂ ਕੀਤੇ, ਜਿਸ ਤੋਂ ਬਾਅਦ ਲੋ ਇਨਕਮ ਰੈਜ਼ੀਡੈਂਟਸ ਦੀ ਮਦਦ ਕੀਤੀ ਜਾਵੇਗੀ। ਜੀ ਹਾਂ, ਇੱਥੋਂ ਦੀ ਸਰਕਾਰ ਵੱਲੋਂ $20 ਮਿਲੀਅਨ ਲੋ ਇਨਕਮ ਰੈਜ਼ੀਡੈਂਟਸ ਵਾਸਤੇ ਐਲਾਨ ਕੀਤੇ ਗਏ ਹਨ। ਇਸ $20 ਮਿਲੀਅਨ ਨਾਲ ਜਿਹੜੇ ਲੋ ਇਨਕਮ ਪਰਿਵਾਰ ਨੇ ਅਤੇ ਵਿਅਕਤੀ ਹਨ, ਉਹਨਾਂ ਦੀ ਮਦਦ ਕੀਤੀ ਜਾਵੇਗੀ, ਕਿਉਂਕਿ ਦੇਸ਼ ਦੇ ਸੂਬੇ ਵਿੱਚ ਲਗਾਤਾਰ ਮਹਿੰਗਾਈ ਰਿਕਾਰਡ ਪੱਧਰ ਤੇ ਪਹੁੰਚ ਰਹੀ ਹੈ। ਇਹਨਾਂ ਫੰਡਸ ਨੂੰ ਸਰਕਾਰ ਵੱਲੋਂ ਐਮਰਜੈਂਸੀ ਫਿਊਲ ਐਂਡ ਫੂਡ ਬੈਨੀਫਿਟ ਦਾ ਨਾਮ ਦਿੱਤਾ ਗਿਆ ਹੈ। ਸੂਬੇ ਦਾ ਕਹਿਣਾ ਹੈ ਕਿ ਇੱਥੇ ਪ੍ਰੋਵਿੰਸ ਵਿੱਚ ਵੀ ਲਗਾਤਾਰ ਗੈਸ ਅਤੇ ਗਰੋਸਰੀ ਦੀਆਂ ਕੀਮਤਾਂ ਪਿਛਲੇ 1 ਮਹੀਨੇ ਤੋਂ ਵੱਧ ਰਹੀਆਂ ਨੇ। ਪ੍ਰੀਮੀਅਰ ਵੱਲੋਂ ਇਸ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ। ਇਸ ਫੰਡਸ ਦੇ ਮੁਤਾਬਕ ਵਨ ਟਾਈਮ ਪੇਮੈਂਟ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਇੰਡੀਵਿਜੂਅਲ ਨੂੰ $225 ਅਤੇ ਪਰਿਵਾਰਾਂ ਨੂੰ $450 ਦਿੱਤੇ ਜਾਣਗੇ। ਇਹ ਉਹਨਾਂ ਵਾਸਤੇ ਹੈ ਜਿਹੜੇ ਪਹਿਲਾਂ ਹੀ ਲੋ ਇਨਕਮ ਜਾਂ ਫਿਰ ਹਾਊਸਿੰਗ ਬੈਨੀਫਿਟ ਅਧੀਨ ਹਨ। ਇਸ ਬਾਰੇ ਸੂਬੇ ਵੱਲੋਂ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਵਾਸਤੇ 75,000 ਨਿਊ ਬਰੰਜ਼ਵਿਕ ਵਾਸੀ ਐਲੀਜੀਬਲ ਨੇ। ਇਸ ਤੋਂ ਇਲਾਵਾ ਫੂਡ ਬੈਂਕਸ ਵਾਸਤੇ $1 ਮਿਲੀਅਨ ਦਾ ਵੀ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਨਿਊ ਬਰੰਜ਼ਵਿਕ ਸੂਬੇ ਵੱਲੋਂ ਸੋਸ਼ਲ ਅਸਿਸਟੈਂਸ ਰੇਟ ਵਧਾਉਣ ਦੇ ਬਾਰੇ ਦੱਸਿਆ ਗਿਆ ਸੀ। ਉਹਨਾਂ ਵੱਲੋਂ 3.8% ਦੇ ਵਾਧੇ ਦੀ ਗੱਲ ਕੀਤੀ ਗਈ ਤੇ ਤਾਜ਼ਾ ਜਾਣਕਾਰੀ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਸੂਬੇ ਵੱਲੋਂ ਮਦਦ ਕੀਤੀ ਜਾਵੇਗੀ। ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਸੰਬੰਧੀ ਇੱਕ ਵੱਡਾ ਐਲਾਨ ਕੀਤਾ ਗਿਆ। ਇੱਕ ਵਾਰ ਫਿਰ ਤੋਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ। ਬੈਂਕ ਆਫ ਕੈਨੇਡਾ ਦੇ ਤਾਜ਼ਾ ਐਲਾਨ ਮੁਤਾਬਕ ਹੁਣ
ਵਿਆਜ ਦਰਾਂ 1.5% ਦੇ ਉੱਪਰ ਪਹੁੰਚ ਗਈਆਂ। ਇਸ ਤੋਂ ਇਲਾਵਾ ਇਹ ਵੀ ਸੰਕੇਤ ਦਿੱਤੇ ਗਏ ਨੇ ਕਿ ਭਵਿੱਖ ਵਿੱਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ। ਬੈਂਕ ਆਫ ਕੈਨੇਡਾ ਵੱਲੋਂ ਵੱਡਾ ਫੈਸਲਾ ਲਿਆ ਗਿਆ। ਜੀ ਹਾਂ, ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਹੁਣ ਵਾਧਾ ਕੀਤਾ ਗਿਆ ਹੈ। ਬੈਂਕ ਦੇ ਇਸ ਫੈਸਲੇ ਮੁਤਾਬਕ ਵਿਆਜ ਦਰਾਂ ਵਧਾ ਕੇ 1.5% ਕਰ ਦਿੱਤੀਆਂ ਗਈਆਂ ਨੇ। ਇਸ ਤੋਂ ਇਲਾਵਾ ਭਵਿੱਖ ਵਿੱਚ ਹੋਰ ਵਾਧੇ ਦੇ ਵੀ ਸੰਕੇਤ ਦਿੱਤੇ ਗਏ। ਤਾਜ਼ਾ ਐਲਾਨ ਮੁਤਾਬਕ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ 50% ਅੰਕਾਂ ਦਾ ਵਾਧਾ ਕੀਤਾ ਗਿਆ, ਜਿਸ ਦਾ ਮਤਲਬ ਹੈ ਕਿ ਵਿਆਜ ਦਰ 1% ਤੋਂ ਵੱਧ ਕੇ 1.5% ਹੋ ਗਈ ਹੈ। ਇਹ ਕਦਮ ਦੇਸ਼ ਵਿੱਚ ਮਹਿੰਗਾਈ ਨੂੰ ਕਾਬੂ ਕਰਨ ਦੇ ਸੰਬੰਧੀ ਚੁੱਕਿਆ ਗਿਆ। ਅਰਥ ਸ਼ਾਸਤਰੀਆਂ ਵੱਲੋਂ ਪਹਿਲਾਂ ਹੀ ਇਸ ਗੱਲ ਨੂੰ ਲੈ ਕੇ ਕਿਹਾ ਗਿਆ ਸੀ ਕਿ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ 13 ਅਪ੍ਰੈਲ ਨੂੰ ਵੀ ਬੈਂਕ ਦੁਆਰਾ ਵਿਆਜ ਦਰਾਂ ਵਿੱਚ 50 ਅੰਕਾਂ ਦਾ ਵਾਧਾ ਕੀਤਾ ਗਿਆ ਸੀ। ਇਸ ਨੂੰ ਵਧਾ ਕੇ 1% ਕੀਤਾ ਗਿਆ। ਕੈਨੇਡਾ ਵਿੱਚ ਇਸ ਸਮੇਂ ਮਹਿੰਗਾਈ ਦਰ ਰਿਕਾਰਡ ਪੱਧਰ ਉੱਪਰ ਪਹੁੰਚ ਗਈ ਹੈ। ਮਹਿੰਗਾਈ ਨੇ ਪਿਛਲੇ ਕਈ ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ। ਖਾਣ ਪੀਣ ਦੀਆਂ ਚੀਜ਼ਾਂ, ਗੈਸ, ਘਰ, ਲਗਭਗ ਹਰ ਚੀਜ਼ ਦੀਆਂ ਕੀਮਤਾਂ ਇਸ ਸਮੇਂ ਆਸਮਾਨ ਛੂ ਰਹੀਆਂ ਹਨ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੀ ਤਰ੍ਹਾਂ ਕੈਨੇਡਾ ਵੱਲੋਂ ਵੀ ਕੋਵਿਡ-19 ਦੌਰਾਨ ਆਪਣੇ ਅਰਥਚਾਰੇ ਨੂੰ ਨੀਲੀ ਤੇ ਰੱਖਣ ਸੰਬੰਧੀ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਕਾਫੀ ਕਟੌਤੀ ਕੀਤੀ ਗਈ ਸੀ, ਜਿਸ ਕਰਕੇ ਲੋਕਾਂ ਨੂੰ ਸਸਤਾ ਕਰਜ਼ਾ ਵੀ ਮੁਹੱਈਆ ਹੋਇਆ। ਇਸ ਦਾ ਨਤੀਜਾ ਇਹ ਹੋਇਆ ਕਿ ਮਹਿੰਗਾਈ ਰਿਕਾਰਡ ਪੱਧਰ ਦੇ ਉੱਪਰ ਪਹੁੰਚਦੀ ਹੋਈ ਦਿਖਾਈ ਦੇ ਰਹੀ ਹੈ। ਦੱਸ ਦਈਏ ਕਿ ਕੈਨੇਡਾ ਵਿੱਚ ਮੌਜੂਦਾ ਸਮੇਂ ਮਹਿੰਗਾਈ ਦਰ 6.8% ਹੈ। ਇਹ ਪਿਛਲੇ 3 ਦਹਾਕਿਆਂ ਵਿੱਚ ਹੋਈ ਸਭ ਤੋਂ ਵੱਧ ਮਹਿੰਗਾਈ ਹੈ। ਪਿਛਲੇ 1 ਸਾਲ ਦੌਰਾਨ ਹੀ ਫੂਡ ਦੀਆਂ ਕੀਮਤਾਂ ਵਿੱਚ 9.7%, ਰਿਹਾਇਸ਼ ਦੀਆਂ ਕੀਮਤਾਂ ਵਿੱਚ 7.4% ਦਾ ਵਾਧਾ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਬੈਂਕ ਵੱਲੋਂ ਇਹ ਵੀ ਸੰਕੇਤ ਦਿੱਤੇ ਗਏ ਨੇ ਕਿ ਭਵਿੱਖ ਵਿੱਚ ਉਨ੍ਹਾਂ ਵੱਲੋਂ ਵਿਆਜ ਦਰਾਂ ਵਿੱਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ। ਹੁਣ ਬੈਂਕ ਦੇ ਇਸ ਫੈਸਲੇ ਦਾ ਵੱਖ-ਵੱਖ ਚੀਜ਼ਾਂ ਦੇ ਉੱਪਰ ਅਸਰ ਪੈਣ ਵਾਲਾ ਹੈ। ਬੈਂਕ ਵੱਲੋਂ ਤਾਂ ਕਿਹਾ ਗਿਆ ਕਿ ਉਨ੍ਹਾਂ ਨੇ ਇਹਨਾਂ ਵਿਆਜ ਦਰਾਂ ਵਿੱਚ ਵਾਧਾ ਮਹਿੰਗਾਈ ਦਰ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਹੈ। ਉਨ੍ਹਾਂ ਵੱਲੋਂ ਇੱਕ ਕਦਮ ਕੈਨੇਡਾ ਵਿੱਚ ਮਹਿੰਗਾਈ ਤੇ ਕਾਬੂ ਪਾਉਣ ਸੰਬੰਧੀ ਚੁੱਕਿਆ ਗਿਆ ਹੈ। ਕੈਨੇਡਾ ਦੇ 2 ਸੂਬਿਆਂ ਵਿੱਚ ਤੂਫਾਨ ਆਇਆ ਸੀ, ਜਿਸ ਦਾ ਅਸਰ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ। ਕਈ ਘਰ ਅਜੇ ਵੀ ਬਿਨਾਂ ਬਿਜਲੀ ਦੇ ਹਨ। ਜੀ ਹਾਂ, ਲਗਾਤਾਰ ਓਨਟਾਰੀਓ ਤੇ ਕਿਊਬੈਕ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਿੰਨੇ ਘਰਾਂ ਦੀ ਬਿਜਲੀ ਠੀਕ ਕਰ ਦਿੱਤੀ ਗਈ ਤੇ ਕਿੰਨੇ ਘਰਾਂ ਦੀ ਬਿਜਲੀ ਅਜੇ ਵੀ ਠੀਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕੈਨੇਡਾ ਦੇ 2 ਸੂਬਿਆਂ ਵਿੱਚ ਜੋ ਭਿਆਨਕ ਤੂਫਾਨ ਆਇਆ ਸੀ, ਉਸ ਦਾ ਅਸਰ ਅਜੇ ਵੀ ਦਿਖਾਈ ਦੇ ਰਿਹਾ ਹੈ। ਹਾਈਡਰੋ ਆਟਵਾ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 11 ਦਿਨ ਬਾਅਦ ਵੀ 1400 ਦੇ ਕਰੀਬ ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਨੇ। ਜੀ ਹਾਂ, ਹਾਈਡਰੋ ਆਟਵਾ ਵੱਲੋਂ ਇਸ ਸੰਬੰਧੀ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜੋ ਇੱਥੇ ਤੂਫਾਨ ਕਾਰਨ ਦਰੱਖਤ ਪੁੱਟੇ ਗਏ, ਉਹਨਾਂ ਨੇ ਪਾਵਰ ਲਾਈਨਸ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਤੋਂ ਇਲਾਵਾ ਹਾਈਡਰੋ ਆਟਵਾ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 98% ਬਿਜਲੀ ਉਹਨਾਂ ਵੱਲੋਂ ਠੀਕ ਕੀਤੀ ਜਾ ਚੁੱਕੀ ਹੈ, ਭਾਵ ਕਿ ਕਈ ਘਰਾਂ ਦੀ ਬਿਜਲੀ ਵਾਪਸ ਆ ਚੁੱਕੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਓਨਟਾਰੀਓ ਅਤੇ ਕਿਊਬੈਕ ਦੇ ਵਿੱਚ ਜਿਹੜਾ ਤੂਫਾਨ ਆਇਆ ਸੀ, ਉਸਨੇ 11 ਲੋਕਾਂ ਦੀ ਜਾਨ ਲੈ ਲਈ ਅਤੇ ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਅਜਿਹੇ ਸਨ ਜਿਹੜੇ ਬਿਨਾਂ ਬਿਜਲੀ ਦੇ ਰਹਿਣ ਵਾਸਤੇ ਮਜਬੂਰ ਹੋ ਗਏ। ਵਿਭਾਗ ਵੱਲੋਂ ਲਗਾਤਾਰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਰਹੀ ਹੈ ਕਿ ਕਿੰਨਿਆਂ ਘਰਾਂ ਦੀ ਬਿਜਲੀ ਉਹਨਾਂ ਨੇ ਠੀਕ ਕਰ ਦਿੱਤੀ ਤੇ ਕਿੰਨੇ ਅਜੇ ਬਿਨਾਂ ਬਿਜਲੀ ਦੇ ਹੀ ਰਹਿ ਰਹੇ ਨੇ। ਹੁਣ ਤਾਜ਼ਾ ਜਾਣਕਾਰੀ ਦੇ ਵਿੱਚ ਵੀ ਦੱਸਿਆ ਗਿਆ ਕਿ ਕਿੰਨੇ ਘਰ ਮੌਜੂਦਾ ਸਮੇਂ ਬਿਨਾਂ ਬਿਜਲੀ ਦੇ ਨੇ। ਹਾਈਡਰੋ ਆਟਵਾ ਦੇ ਦੱਸਣ ਮੁਤਾਬਕ 11 ਦਿਨਾਂ ਬਾਅਦ 1400 ਦੇ ਕਰੀਬ ਅਜੇ ਵੀ ਬਿਨਾਂ ਬਿਜਲੀ ਦੇ ਰਹਿ ਰਹੇ ਹਨ, ਜਿਨ੍ਹਾਂ ਦੇ ਘਰਾਂ ਦੀ ਬਿਜਲੀ ਠੀਕ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਰਮਚਾਰੀ ਇਸ ਕੰਮ ਵਿੱਚ ਜੁਟੇ ਹੋਏ ਨੇ। ਕੋਰੋਨਾ ਵਾਇਰਸ ਕਾਰਨ ਬੱਚਿਆਂ ਦੀ ਮੈਂਟਲ ਹੈਲਥ ਦੇ ਉੱਪਰ ਵੀ ਅਸਰ ਪਿਆ ਹੈ। ਵੱਡੀ ਗਿਣਤੀ ਵਿੱਚ ਬੱਚੇ ਅਜਿਹੇ ਨੇ ਜਿਹੜੇ ਕਹਿੰਦੇ ਹਨ ਕਿ ਉਹਨਾਂ ਦੀ ਮੈਂਟਲ ਹੈਲਥ ਪ੍ਰਭਾਵਿਤ ਹੋਈ। ਇਸ ਬਾਰੇ ਇੱਕ ਪੋਲ ਤੋਂ ਜਾਣਕਾਰੀ ਸਾਹਮਣੇ ਆਈ ਹੈ। ਕੋਰੋਨਾ ਵਾਇਰਸ ਦਾ ਅਸਰ ਕਾਫੀ ਚੀਜ਼ਾਂ ਉੱਪਰ ਪਿਆ। ਇਸ ਨੇ ਮੈਂਟਲ ਹੈਲਥ ਨੂੰ ਵੀ ਪ੍ਰਭਾਵਿਤ ਕੀਤਾ। ਇੱਕ ਤਾਜ਼ਾ ਸਰਵੇ ਸਾਹਮਣੇ ਆਇਆ ਜਿਸ ਵਿੱਚ 70% ਤੋਂ ਵੱਧ ਟੀਨੇਜਰਸ ਕਹਿੰਦੇ ਨੇ ਕਿ ਉਹਨਾਂ ਦੀ ਮੈਂਟਲ ਹੈਲਥ ਦੇ ਉੱਪਰ ਕਾਫੀ ਅਸਰ ਪਿਆ। ਇਹ ਸਰਵੇ ਐਲਬਰਟਾ ਮੈਡੀਕਲ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਇਹ ਨਤੀਜੇ ਨਿਕਲ ਕੇ ਸਾਹਮਣੇ ਆਏ ਨੇ ਕਿ ਕੋਰੋਨਾ ਕਾਰਨ ਕਿੰਨੇ ਬੱਚਿਆਂ ਦੀ ਮੈਂਟਲ ਹੈਲਥ ਪ੍ਰਭਾਵਿਤ ਹੋਈ ਹੈ। ਇਸ ਰਿਪੋਰਟ ਮੁਤਾਬਕ 15 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 77% ਦੀ ਮੈਂਟਲ ਹੈਲਥ ਪ੍ਰਭਾਵਿਤ ਹੋਈ। ਇਹ ਤੁਲਨਾ ਉਹਨਾਂ ਵੱਲੋਂ ਕੋਰੋਨਾ ਵਾਇਰਸ ਪੈਂਡੇਮਿਕ ਤੋਂ ਪਹਿਲਾਂ ਦੇ ਮੁਕਾਬਲੇ ਕੀਤੀ ਗਈ ਹੈ। 10 ਵਿੱਚੋਂ 4 ਮਾਂ-ਬਾਪ ਇਹ ਕਹਿੰਦੇ ਨੇ ਕਿ ਉਹਨਾਂ ਦੇ ਬੱਚਿਆਂ ਦੀ ਮੈਂਟਲ ਹੈਲਥ ਕਾਫੀ ਜ਼ਿਆਦਾ ਖਰਾਬ ਹੋ ਰਹੀ ਹੈ। 6 ਸਾਲ ਤੋਂ 14 ਸਾਲ ਵਾਲਿਆਂ ਵਿੱਚ 70% ਮਾਂ-ਬਾਪ ਇਹ ਕਹਿੰਦੇ ਨੇ ਕਿ ਉਹਨਾਂ ਦੇ ਬੱਚਿਆਂ ਦੀ ਮੈਂਟਲ ਹੈਲਥ ਦੇ ਉੱਪਰ ਅਸਰ ਪਿਆ। ਇਹ ਜਾਣਕਾਰੀ ਉਹਨਾਂ ਵੱਲੋਂ ਪੈਂਡੇਮਿਕ ਦੇ ਪਹਿਲਾਂ ਦੇ ਮੁਕਾਬਲੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਲਬਰਟਾ ਸਰਕਾਰ ਵੱਲੋਂ ਐਲਬਰਟਾ ਚਾਈਲਡ ਐਂਡ ਯੂਥ ਵੈਲਬੀਇੰਗ ਐਕਸ਼ਨ ਪਲਾਨ
ਆਨਲਾਈਨ ਸਾਂਝਾ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ 10 ਰეკਮੈਂਡੇਸ਼ਨਸ ਵੀ ਦੱਸੀਆਂ ਨੇ। ਕਿਸ਼ਤੀ ਪਲਟਣ ਦੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿਸ ਦੀ ਪੁਲਿਸ ਨੇ ਹੁਣ ਇਨਫੋਰਮੇਸ਼ਨ ਸਾਂਝੀ ਕੀਤੀ। ਉਹਨਾਂ ਦਾ ਕਹਿਣਾ ਹੈ ਕਿ 10 ਜਣਿਆਂ ਨੂੰ ਰੈਸਕਿਊ ਕੀਤਾ ਗਿਆ, ਹਸਪਤਾਲ ਭਰਤੀ ਕਰਵਾਉਣ ਦੀ ਵੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ ਹੈ। ਕੀ ਇਹ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਲੇਕ ਓਨਟਾਰੀਓ ਵਿੱਚ ਇੱਕ ਬੋਟ ਪਲਟ ਗਈ, ਜਿਸ ਦੌਰਾਨ ਟੋਰਾਂਟੋ ਪੁਲਿਸ ਵੱਲੋਂ 8 ਜਣਿਆਂ ਨੂੰ ਰੈਸਕਿਊ ਕੀਤਾ ਗਿਆ। ਇਸ ਬੋਟ ਪਲਟਣ ਦੇ ਬਾਰੇ ਪੁਲਿਸ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਇੱਥੇ ਬੋਟ ਪਲਟਣ ਦੇ ਕਾਰਨ ਕਈ ਜਾਣੇ ਪਾਣੀ ਵਿੱਚ ਡਿੱਗ ਗਏ। ਪੁਲਿਸ ਯੂਨਿਟ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਘਟਨਾ ਦੇ ਬਾਰੇ 12:10 ਦੇ ਕਰੀਬ ਸਵੇਰੇ ਲੇਕ ਓਨਟਾਰੀਓ ਤੋਂ ਜਾਣਕਾਰੀ ਮਿਲੀ। ਪੁਲਿਸ ਵੱਲੋਂ ਅਪਡੇਟ ਸਾਂਝੀ ਕਰਦਿਆਂ ਦੱਸਿਆ ਗਿਆ ਕਿ 8 ਜਾਣਿਆਂ ਨੂੰ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਕਿਉਂਕਿ ਉਸ ਨੂੰ ਇਸ ਮਾਮਲੇ ਸੰਬੰਧੀ ਕੁਝ ਹਲਕੀਆਂ ਸੱਟਾਂ ਆਈਆਂ। ਇਸ ਦੀ ਸਾਰੀ ਜਾਣਕਾਰੀ ਪੈਰਾਮੈਡਿਕਸ ਵੱਲੋਂ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਕੋਈ ਵੀ ਰਿਪੋਰਟ ਸਾਹਮਣੇ ਨਹੀਂ ਆਈ। ਪੁਲਿਸ ਦਾ ਕਹਿਣਾ ਹੈ ਕਿ ਬੋਟ ਅਜੇ ਵੀ ਪਾਣੀ ਵਿੱਚ ਹੈ। ਮਾਮਲੇ ਦੀ ਜਾਂਚ ਪੜਤਾਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਘਟਨਾ ਨਾਲ ਜੁੜੇ ਹੋਏ ਜਿਹੜੇ 8 ਜਾਣੇ ਨੇ, ਉਹਨਾਂ ਦੀ ਪਹਿਚਾਣ ਪੁਲਿਸ ਵਿਭਾਗ ਵੱਲੋਂ ਅਜੇ ਜਨਤਕ ਨਹੀਂ ਕੀਤੀ ਗਈ। ਸਿਰਫ ਇਹੀ ਦੱਸਿਆ ਗਿਆ ਹੈ ਕਿ ਇੱਕ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਇਸ ਸੰਬੰਧੀ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਜਾਵੇਗੀ। ਹੈਲਥ ਕੈਨੇਡਾ ਵੱਲੋਂ 16 ਸਾਲ ਵਾਲਿਆਂ ਦੇ ਲਈ ਵੀ ਬੂਸਟਰ ਡੋਜ਼ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਕੈਨੇਡਾ ਵਿੱਚ 16 ਸਾਲ ਤੇ ਇਸ ਤੋਂ ਵੱਧ ਉਮਰ ਵਾਲੇ ਬੂਸਟਰ ਡੋਜ਼ ਲਗਵਾਉਣ ਦੇ ਵਾਸਤੇ ਐਲੀਜੀਬਲ ਨੇ। ਜ਼ਰੂਰੀ ਹੈ ਕਿ ਦੂਸਰੀ ਅਤੇ ਤੀਸਰੀ ਡੋਜ਼ ਦੇ ਵਿੱਚ 6 ਮਹੀਨਿਆਂ ਦਾ ਸਮਾਂ ਹੋਵੇ। ਹੈਲਥ ਕੈਨੇਡਾ ਵੱਲੋਂ ਟੀਨੇਜਰਸ ਵਾਸਤੇ ਬੂਸਟਰ ਡੋਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਅਪਰੂਵਲ ਫਾਈਜ਼ਰ ਕੋਵਿਡ-19 ਬੂਸਟਰ ਸ਼ਾਟ ਨੂੰ ਦਿੱਤਾ ਗਿਆ। ਜੀ ਹਾਂ, ਹੈਲਥ ਕੈਨੇਡਾ ਵੱਲੋਂ ਫਾਈਜ਼ਰ ਅਤੇ ਉਹਨਾਂ ਦੇ ਪਾਰਟਨਰ ਬਾਇਓਟੈਕ ਦੇ ਕੋਵਿਡ-19 ਵੈਕਸੀਨ ਬੂਸਟਰ ਡੋਜ਼ ਨੂੰ 16 ਤੋਂ 17 ਸਾਲ ਵਾਲਿਆਂ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਕੈਨੇਡਾ ਵੱਲੋਂ 18 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਵਾਸਤੇ ਬੂਸਟਰ ਡੋਜ਼ ਨੂੰ ਹਰੀ ਝੰਡੀ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ 2 ਡੋਜ਼ਸ ਵਿਚਕਾਰ ਜਾਣੀ ਕਿ ਦੂਸਰੇ ਤੇ ਤੀਸਰੇ ਟੀਕੇ ਵਿਚਕਾਰ 6 ਮਹੀਨੇ ਦਾ ਸਮਾਂ ਹੋਣਾ ਚਾਹੀਦਾ ਹੈ। ਦੱਸ ਦਈਏ ਕਿ ਫਾਈਜ਼ਰ ਬੂਸਟਰ ਡੋਜ਼ ਵੱਲੋਂ ਜੋ ਡਾਟਾ ਦਿੱਤਾ ਗਿਆ ਸੀ, ਉਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਹੈਲਥ ਕੈਨੇਡਾ ਵੱਲੋਂ ਆਪਣਾ ਫੈਸਲਾ ਸੁਣਾਇਆ ਗਿਆ, ਜਿੱਥੇ ਹੁਣ ਕੈਨੇਡਾ ਵਿੱਚ 16 ਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਬੂਸਟਰ ਡੋਜ਼ ਨੂੰ ਮਾਨਤਾ ਦੇ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸ ਦਈਏ ਕਿ ਅਮਰੀਕਾ ਵੱਲੋਂ ਪਹਿਲਾਂ ਹੀ ਇਸ ਸੰਬੰਧੀ ਮਨਜ਼ੂਰੀ ਦੇ ਦਿੱਤੀ ਗਈ ਸੀ ਤੇ ਹੁਣ ਹੈਲਥ ਕੈਨੇਡਾ ਦਾ ਫੈਸਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਸਮੇਂ-ਸਮੇਂ ਤੇ ਜਿਹੜੇ ਕੋਵਿਡ-19 ਦੇ ਨਵੇਂ ਵੇਰੀਐਂਟ ਸਾਹਮਣੇ ਆ ਰਹੇ ਨੇ, ਉਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੀ ਫਾਈਜ਼ਰ ਵੱਲੋਂ ਆਪਣਾ ਡਾਟਾ ਭੇਜਿਆ ਗਿਆ ਸੀ ਤੇ ਹੈਲਥ ਕੈਨੇਡਾ ਵੱਲੋਂ ਇਸ ਸੰਬੰਧੀ ਆਪਣਾ ਫੈਸਲਾ ਵੀ ਸੁਣਾ ਦਿੱਤਾ ਗਿਆ। ਓਨਟਾਰੀਓ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸਿਆਸੀ ਲੀਡਰਾਂ ਵੱਲੋਂ ਓਨਟਾਰੀਓ ਵਾਸੀਆਂ ਦੇ ਵਾਸਤੇ ਕਈ ਵੱਡੇ ਐਲਾਨ ਕੀਤੇ ਗਏ। ਪਾਰਟੀਆਂ ਵੱਲੋਂ ਕਈ ਵੱਡੇ ਵਾਅਦੇ ਕੀਤੇ ਗਏ ਨੇ। ਇਹਨਾਂ ਪਾਰਟੀਆਂ ਵੱਲੋਂ ਓਨਟਾਰੀਓ ਵਾਸੀਆਂ ਲਈ ਕਿਹੜੀ ਜਾਣਕਾਰੀ ਦਿੱਤੀ ਗਈ, ਕਿਸ ਦਿਨ ਕਿਹੜਾ ਐਲਾਨ ਹੋਇਆ, ਇਸ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਖਬਰ ਵਿੱਚ। ਓਨਟਾਰੀਓ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸਿਆਸੀ ਲੀਡਰਾਂ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਨੇ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ, ਐਨਟੀਪੀ ਪਾਰਟੀ, ਲਿਬਰਲ ਤੇ ਗ੍ਰੀਨ ਪਾਰਟੀ ਵੱਲੋਂ ਕਈ ਓਨਟਾਰੀਓ ਵਾਸੀਆਂ ਨਾਲ ਵੱਡੇ ਵਾਅਦੇ ਕੀਤੇ ਗਏ। ਓਨਟਾਰੀਓ ਵਿੱਚ 2 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਨੇ। ਕਈ ਵੋਟਰਸ ਐਡਵਾਂਸ ਪੋਲਿੰਗ ਦੀ ਵਰਤੋਂ ਕਰ ਚੁੱਕੇ ਨੇ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਪਾਰਟੀ ਵੱਲੋਂ ਓਨਟਾਰੀਓ ਵਾਸੀਆਂ ਨਾਲ ਕਿਹੜਾ ਵਾਅਦਾ ਕੀਤਾ ਗਿਆ। 20 ਅਪ੍ਰੈਲ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਜਿਹੜੇ ਕੰਮ ਦੌਰਾਨ ਜਿਹੜੇ ਵਰਕਰ ਜ਼ਖਮੀ ਹੋਣਗੇ, ਉਹਨਾਂ ਦੀ ਕੰਪਨਸੇਸ਼ਨ ਵਿੱਚ ਵਾਧਾ ਕੀਤਾ ਜਾਵੇਗਾ। ਉਹਨਾਂ ਵੱਲੋਂ ਵਰਕਪਲੇਸ ਸੇਫਟੀ ਇੰਸ਼ੋਰੈਂਸ ਐਕਟ ਅਧੀਨ ਐਲਾਨ ਕੀਤੇ ਗਏ। ਇਸ ਤੋਂ ਬਾਅਦ 25 ਅਪ੍ਰੈਲ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵੱਲੋਂ ਕਿਹਾ ਗਿਆ ਕਿ ਹੋਮ ਕੇਅਰ ਵਿੱਚ ਉਹਨਾਂ ਵੱਲੋਂ $1 ਬਿਲੀਅਨ ਦਾ ਅਗਲੇ 3 ਸਾਲਾਂ ਤੱਕ ਵਾਧਾ ਕੀਤਾ ਜਾ ਰਿਹਾ ਹੈ। 26 ਅਪ੍ਰੈਲ ਨੂੰ ਪਾਰਟੀ ਵੱਲੋਂ ਵਾਅਦਾ ਕੀਤਾ ਗਿਆ ਕਿ ਉਹਨਾਂ ਵੱਲੋਂ WSIB ਦਾ ਦਫ਼ਤਰ ਟੋਰਾਂਟੋ ਤੋਂ ਲੰਡਨ ਵਿੱਚ ਸ਼ਿਫਟ ਕੀਤਾ ਜਾਵੇਗਾ। 27 ਅਪ੍ਰੈਲ ਨੂੰ ਪਾਰਟੀ ਨੇ ਐਲਾਨ ਕੀਤਾ ਕਿ ਟੋਰਾਂਟੋ ਪੁਲਿਸ ਨੂੰ ਉਹਨਾਂ ਵੱਲੋਂ ਗੈਂਗ ਅਤੇ ਗਨ ਵਾਇਲੈਂਸ ਨੂੰ ਰੋਕਣ ਵਾਸਤੇ ਅਗਲੇ 3 ਸਾਲਾਂ ਤੱਕ $27 ਮਿਲੀਅਨ ਕਮਿਟ ਕੀਤੇ ਜਾਣਗੇ। 27 ਅਪ੍ਰੈਲ ਨੂੰ ਪਾਰਟੀ ਵੱਲੋਂ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਸੰਬੰਧੀ ਐਲਾਨ ਕੀਤਾ ਗਿਆ, ਜਿਸ ਵਾਸਤੇ ਉਹਨਾਂ ਨੇ 3 ਸਾਲਾਂ ਲਈ $15.1 ਮਿਲੀਅਨ ਦਾ ਐਲਾਨ ਕੀਤਾ। 28 ਅਪ੍ਰੈਲ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਆਪਣਾ ਬਜਟ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਵੱਡੇ ਵਾਅਦੇ ਓਨਟਾਰੀਓ ਵਾਸੀਆਂ ਨਾਲ ਕੀਤੇ ਗਏ। 6 ਮਈ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਗੋ ਟ੍ਰੇਨ ਸਰਵਿਸ ਦੁਰਹਮ ਰੀਜਨ ਵਿੱਚ ਵਧਾਉਣ ਦਾ ਐਲਾਨ ਕੀਤਾ ਗਿਆ, ਜੋ ਕਿ ਉਹਨਾਂ ਨੇ ਨਵੇਂ ਸਟੇਸ਼ਨ ਖੋਲ੍ਹਣ ਦੀ ਗੱਲ ਕੀਤੀ ਸੀ। ਇੱਥੇ 4 ਸਟੇਸ਼ਨ ਖੋਲ੍ਹਣ ਦੀ ਗੱਲ ਉਹਨਾਂ ਵੱਲੋਂ ਕੀਤੀ ਗਈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਐਨਟੀਪੀ ਪਾਰਟੀ ਵੱਲੋਂ ਵੀ ਕਈ ਵੱਡੇ ਐਲਾਨ ਤੇ ਵਾਅਦੇ ਕੀਤੇ ਗਏ। 3 ਅਪ੍ਰੈਲ ਨੂੰ ਐਨਟੀਪੀ ਪਾਰਟੀ ਵੱਲੋਂ OHIP ਕਵਰੇਜ ਐਕਸਪੈਂਡ ਕਰਨ ਦਾ ਵਾਅਦਾ ਕੀਤਾ, ਜਿਸ ਵਿੱਚ ਯੂਨੀਵਰਸਲ ਮੈਂਟਲ ਹੈਲਥ ਕੇਅਰ ਵੀ ਸ਼ਾਮਲ ਸੀ।
12 ਅਪ੍ਰੈਲ ਨੂੰ ਐਨਡੀਪੀ ਪਾਰਟੀ ਵੱਲੋਂ ਚਾਈਲਡਹੁੱਡ ਐਜੂਕੇਟਰਸ ਨੂੰ $25 ਪ੍ਰਤੀ ਘੰਟੇ ਦੇ ਹਿਸਾਬ ਨਾਲ ਦੇਣ ਦੀ ਗੱਲ ਕਹੀ ਗਈ। 22 ਅਪ੍ਰੈਲ ਨੂੰ ਐਨਡੀਪੀ ਪਾਰਟੀ ਵੱਲੋਂ ਅਰਥ ਡੇ ਦੇ ਮੌਕੇ ਦੇ ਉੱਪਰ ਕਿਹਾ ਗਿਆ ਕਿ 2030 ਤੱਕ ਉਹਨਾਂ ਦੀ ਯੋਜਨਾ ਹੈ ਕਿ 1 ਬਿਲੀਅਨ ਦਰਖਤ ਲਗਾਏ ਜਾਣ। 25 ਅਪ੍ਰੈਲ ਵਾਲੇ ਦਿਨ ਐਨਡੀਪੀ ਪਾਰਟੀ ਵੱਲੋਂ ਆਪਣਾ ਪਲੇਟਫਾਰਮ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਕਈ ਵੱਡੇ ਐਲਾਨ ਕੀਤੇ। ਇਸ ਵਿੱਚ ਯੂਨੀਵਰਸਲ ਫਾਰਮਾ ਪਲਾਨ, 10,000 ਪਰਸਨਲ ਸਪੋਰਟ ਵਰਕਰਸ ਨੂੰ ਹਾਇਰ ਕਰਨਾ, ਗੈਸ ਦੀਆਂ ਕੀਮਤਾਂ ਸੰਬੰਧੀ ਕਈ ਕਦਮ ਚੁੱਕਣੇ ਸ਼ਾਮਿਲ ਸੀ। 5 ਅਪ੍ਰੈਲ ਨੂੰ ਐਨਡੀਪੀ ਪਾਰਟੀ ਵੱਲੋਂ ontario ਵਾਸੀਆਂ ਨਾਲ ਡੈਂਟਲ ਕਵਰੇਜ ਪਲਾਨ ਸੰਬੰਧੀ ਵਾਅਦਾ ਕੀਤਾ ਗਿਆ, ਜਿੱਥੇ ਉਹਨਾਂ ਨੇ ਮਿਡਲ ਇਨਕਮ ਫੈਮਲੀਜ਼ ਅਤੇ ਲੋ ਇਨਕਮ ਫੈਮਲੀਜ਼ ਦੇ ਫਾਇਦੇ ਦੀ ਗੱਲ ਕੀਤੀ। 19 ਮਈ ਨੂੰ ਐਨਡੀਪੀ ਪਾਰਟੀ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਹਾਈਵੇ 407 ਤੇ ਟਰੱਕਰਸ ਵਾਸਤੇ ਟੋਲ ਖਤਮ ਕੀਤਾ ਜਾਵੇਗਾ। ਲਿਬਰਲ ਪਾਰਟੀ ਵੱਲੋਂ ਵੀ ਕਈ ਤਰ੍ਹਾਂ ਦੇ ਵੱਡੇ ਐਲਾਨ ਕੀਤੇ ਗਏ। 28 ਮਾਰਚ ਨੂੰ ਉਹਨਾਂ ਵੱਲੋਂ ਆਪਣਾ ਇਕਨੋਮਿਕ ਡਿਗਨਿਟੀ ਇਲੈਕਸ਼ਨ ਪਲੇਟਫਾਰਮ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ 2023 ਤੱਕ ਮਿਨੀਮਮ ਵੇਜ ਅੰਦਰ ਵਾਧੇ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਜਨਵਰੀ 2023 ਤੱਕ ਮਿਨੀਮਮ ਵੇਜ $16 ਪ੍ਰਤੀ ਘੰਟੇ ਦੇ ਹਿਸਾਬ ਨਾਲ ਕੀਤੀ ਜਾਵੇਗੀ। 10 ਪੇਡ ਸਿਕ ਡੇਜ਼ ਦਾ ਵੀ ਵਾਅਦਾ। ਇਸ ਤੋਂ ਇਲਾਵਾ ਵਰਕਰਸ ਦੇ ਵਾਸਤੇ ਬੈਨੀਫਿਟ ਪੈਕੇਜ ਦੀ ਵੀ ਗੱਲ ਲਿਬਰਲ ਪਾਰਟੀ ਵੱਲੋਂ ਆਪਣੇ ਇਸ ਇਲੈਕਸ਼ਨ ਪਲੇਟਫਾਰਮ ਵਿੱਚ ਕੀਤੀ ਗਈ। 12 ਅਪ੍ਰੈਲ ਨੂੰ ਲਿਬਰਲ ਪਾਰਟੀ ਵੱਲੋਂ ਆਫਟਰ ਸਕੂਲ ਕੇਅਰ ਵਾਸਤੇ $10 ਪ੍ਰਤੀ ਘੰਟੇ ਦੇ ਹਿਸਾਬ ਦਾ ਵਾਅਦਾ ਕੀਤਾ। 19 ਅਪ੍ਰੈਲ ਨੂੰ ਲਿਬਰਲ ਪਾਰਟੀ ਵੱਲੋਂ ਇਹ ਗੱਲ ਕਹੀ ਗਈ ਕਿ ਜੇਕਰ ਉਹਨਾਂ ਦੀ ontario ਵਿੱਚ ਸਰਕਾਰ ਬਣਦੀ ਹੈ ਤਾਂ ਉਹਨਾਂ ਵੱਲੋਂ ਹੈਂਡ ਗਨ ਦੇ ਉੱਪਰ ਬੈਨ ਲਗਾਇਆ ਜਾਵੇਗਾ। 21 ਮਈ ਨੂੰ ontario ਲਿਬਰਲਸ ਵੱਲੋਂ ਐਲਾਨ ਕੀਤਾ ਗਿਆ ਕਿ ਕਾਰ ਚੈਕਿੰਗ ਦੇ ਮਾਮਲੇ ਰੋਕਣ ਸੰਬੰਧੀ ਉਹਨਾਂ ਵੱਲੋਂ ਟਾਸਕ ਫੋਰਸ ਕ੍ਰੀਏਟ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ontario ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਸਿਆਸੀ ਲੀਡਰਾਂ ਵੱਲੋਂ ਤਾਂ ontario ਵਾਸੀਆਂ ਨਾਲ ਕਈ ਵੱਡੇ ਵਾਅਦੇ ਕਰ ਦਿੱਤੇ ਗਏ। ਹੁਣ ਤਾਂ ਇਹ ਚੋਣ ਨਤੀਜੇ ਦੱਸਣਗੇ ਕਿ ਇੱਥੇ ਇਸ ਵਾਰ ਕਿਸ ਦੀ ਸਰਕਾਰ ਬਣਦੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਨਸ਼ੇ ਦੇ ਮੁੱਦੇ ਤੇ ਜਗਮੀਤ ਸਿੰਘ ਨੇ ਘੇਰੀ ਟਰੂਡੋ ਸਰਕਾਰ, ਕਿਹਾ 27,000 ਤੋਂ ਵੱਧ ਦੀਆਂ ਹੋਈਆਂ ਮੌਤਾਂ। ontario ਚੋਣਾਂ ਵਿੱਚ ਫੋਰਡ ਦੀ ਸਰਕਾਰ, ਸਰਵੇ ਵਿੱਚ ਮਿਲ ਰਹੀ ਜਿੱਤ। ਬ੍ਰਿਟਿਸ਼ ਕੋਲੰਬੀਆ ਵਿੱਚ ਮਿਨੀਮਮ ਵੇਜ ਅੰਦਰ ਵਾਧਾ, ਅੱਜ ਤੋਂ ਮਿਨੀਮਮ ਵੇਜ ਹੋਈ $15.65। ਪੀਐਨਪੀ ਦੇ ਨਤੀਜੇ ਆਏ ਸਾਹਮਣੇ, 1,000 ਤੋਂ ਵੱਧ ਨੂੰ ਮਿਲੇ ਸੱਦੇ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।